गुरसिख हर बोलो मेरे भाई। हर बोलत सब पाप लह जाई। हर बोलत सब पाप लह जाई। गुरसिख हर बोलो मेरे भाई। गुरसिख हर बोलो मेरे भाई। हर बोलत सब पाप लह जाई। हर बोलत सब पाप लह जाई। गुरसिख हर बोलो मेरे भाई। गुरसिख हर बोलो मेरे भाई। सतगुर सेवा सफल है बणी। जित मिल हर नाम ते आया हर धनी। जिन हर जपया तिन पीछे छोटी कणी। जिन हर जपया तिन पीछे छोटी कणी। गुरसिख हर बोलो मेरे भाई। गुरसिख हर बोलो मेरे भाई। हर बोलत सब पाप लह जाई। हर बोलत सब पाप लह जाई। गुरसिख हर बोलो मेरे भाई। गुरसिख हर बोलो मेरे भाई। जब गुर मिलया तब मन वस आया। तावत पंच रहे हर त्याया। अन दिन नगरी हर गुण गाया। अन दिन नगरी हर गुण गाया। गुरसिख हर बोलो मेरे भाई। गुरसिख हर बोलो मेरे भाई। हर बोलत सब पाप लह जाई। हर बोलत सब पाप लह जाई। गुरसिख हर बोलो मेरे भाई। गुरसिख हर बोलो मेरे भाई। सतगुर पग तूरिज न मुखलाई। सतगुर पग तूरिज न मुखलाई। तिन कुड़ त्यागे हर लिवलाई। ते हर दरगह मुख उजल भाई। ए हर दरगह मुख उजल भाई।
गुरसिख हर बोलो मेरे भाई, गुरसिख हर बोलो मेरे भाई। हर बोलत सब पाप लह जाई, हर बोलत सब पाप लह जाई। गुरसिख हर बोलो मेरे भाई, गुरसिख हर बोलो मेरे भाई। गुरसेवा आप हर भावे, गुरसेवा आप हर भावे। कृष्ण बलभद्र गुर पग लग त्यावे, नानक गुरमुख हर आप तरावे, नानक गुरमुख हर आप तरावे। गुरसिख हर बोलो मेरे भाई, गुरसिख हर बोलो मेरे भाई। हर बोलत सब पाप लह जाई, हर बोलत सब पाप लह जाई। गुरसिख हर बोलो मेरे भाई, गुरसिख हर बोलो मेरे भाई, गुरसिख हर बोलो मेरे भाई। सतगुर सेवा सफल है बड़ी, जित मिल हर नाम ते आया हर तणी। जिन हर जपया तिन पीछे छुटी घड़ी, जिन हर जपया तिन पीछे छुटी घड़ी। गुरसिख हर बोलो मेरे भाई, गुरसिख हर बोलो मेरे भाई। हर बोलत सब पाप लह जाई, हर बोलत सब पाप लह जाई। गुरसिख हर बोलो मेरे भाई, गुरसिख हर बोलो मेरे भाई, गुरसिख हर बोलो मेरे भाई। वाहिगुरु जी। गुरसिख हर बोलो मेरे भाई, हर बोलत सब पाप लह जाई। मनुख दे मूँह विचों निकले बोल ही मनुख दे किरदार नूं, उस दे करैक्टर नूं डिस्क्राइब करदे हन। किसे बोतल विच पई होई शराब किसे दा नुकसान नहीं करदी, पर जदों ਉਹ ਕਿਸੇ शरीर ਵਿੱਚ ਜਾਂਦੀ है ਤਾਂ ਉਹ ਕੇਵਲ ਉਸ ਮਨੁੱਖ ਦਾ ਹੀ ਨੁਕਸਾਨ ਨਹੀਂ ਕਰਦੀ, ਬਲਕਿ ਉਸ ਦੇ ਸਰੀਰ ਦਾ, ਉਸ ਦੇ ਪਰਿਵਾਰ ਦਾ, ਉਸ ਦੀ ਸਾਰੀ ਸ਼ਖਸੀਅਤ ਦਾ ਨੁਕਸਾਨ ਕਰਦੀ। ਇਸੇ ਤਰ੍ਹਾਂ ਕਿਸੇ ਬੋਤਲ ਵਿੱਚ ਪਿਆ ਹੋਇਆ ਜ਼ਹਿਰ ਉਹ ਵੀ ਕਿਸੇ ਦਾ ਨੁਕਸਾਨ ਨਹੀਂ ਕਰਦਾ, ਪਰ ਜਿਸ ਦੇ ਦਿਮਾਗ ਦੇ ਅੰਦਰ ਜ਼ਹਿਰ ਵਰਗੇ ਬੋਲ ਹੋਣ, ਜ਼ਹਿਰ ਵਰਗੇ ਬੋਲ ਭਰੇ ਹੋਣ, ਉਹ ਬੋਲ
ਉਸ ਦੇ ਅੰਦਰ ਨੂੰ ਤੇ ਸਾੜਦੇ ਹੀ ਹਨ, ਪਰ ਜਦੋਂ ਮੂੰਹ ਵਿੱਚੋਂ ਨਿਕਲੇ ਬੋਲ ਬਾਹਰ ਨਿਕਲ ਕੇ ਕੰਨਾਂ ਰਾਹੀਂ ਕਿਸੇ ਦੂਸਰੇ ਦੇ ਅੰਦਰ ਜਾਂਦੇ ਹਨ ਤਾਂ ਸੁਣਨ ਵਾਲੇ ਦੇ ਅੰਦਰ ਨੂੰ ਵੀ ਸਾੜ ਦਿੰਦੇ ਹਨ। ਜਪ ਬਾਣੀ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤੇਰੇ ਪਿਆਰ। ਆਪਣੇ ਮੂੰਹ ਨਾਲ ਅਸੀਂ ਕਿਹੋ ਜਿਹਾ ਐਸਾ ਬੋਲ ਬੋਲੀਏ ਕਿ ਸਾਨੂੰ ਉਸ ਪ੍ਰਮਾਤਮਾ ਦਾ ਪਿਆਰ ਹਾਸਲ ਹੋ ਜਾਏ। ਬੰਦਾ ਆਪਣੀ ਜ਼ਿੰਦਗੀ ਵਿੱਚ ਰੋਜ਼ ਕੁਝ ਨਾ ਕੁਝ ਬੋਲਦਾ ਹੈ, ਕੁਝ ਨਾ ਕੁਝ ਕਰਦਾ ਹੈ। ਉਸ ਦੇ ਕੀਤੇ ਹੋਏ ਕੰਮਾਂ ਦੇ ਪਿੱਛੇ ਉਸ ਦਾ ਦਿਮਾਗ ਕੰਮ ਕਰਦਾ ਹੈ। ਉਸ ਦੇ ਦਿਮਾਗ ਵਿੱਚ ਰੋਜ਼ ਕੁਝ ਨਾ ਕੁਝ ਵਿਚਾਰ ਇਕੱਠੇ ਹੁੰਦੇ ਹਨ, ਡਾਊਨਲੋਡ ਹੁੰਦੇ ਹਨ। ਜਿਵੇਂ ਪਹਿਲੇ ਵੀ ਆਪ ਜੀ ਨੂੰ ਦੱਸਿਆ ਹੈ ਕਿ ਰੋਜ਼ ਤਕਰੀਬਨ 24 ਘੰਟੇ ਦੇ ਵਿੱਚ ਕਹਿੰਦੇ ਹਨ ਕਿ 60 ਤੋਂ 80 ਹਜ਼ਾਰ ਵਿਚਾਰ ਮਨੁੱਖ ਦੇ ਦਿਮਾਗ ਵਿੱਚ ਆਉਂਦੇ ਹਨ। ਦਿਮਾਗ ਵਿੱਚ ਇਹਨਾਂ ਵਿਚਾਰਾਂ ਦਾ ਇਕੱਠੇ ਹੋਣ ਦਾ 3 ਰਸਤੇ ਹਨ। ਕੁਝ ਦੇਖ ਕੇ, ਕੁਝ ਸੁਣ ਕੇ ਜਾਂ ਕੁਝ ਪੜ੍ਹ ਕੇ ਜੋ ਵਿਚਾਰ ਬਣਦੇ ਹਨ, ਇਹ ਵਿਚਾਰ ਦਿਮਾਗ ਵਿੱਚ ਜਾ ਕੇ ਇਕੱਠੇ ਹੁੰਦੇ ਹਨ। ਸਾਡੇ ਇਸ ਦਿਮਾਗ ਨੂੰ ਸਮਝਣ ਵਾਸਤੇ ਇਸ ਨੂੰ 4 ਹਿੱਸਿਆਂ ਵਿੱਚ, 4 ਕੈਟਾਗਰੀਜ਼ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਮਨ। ਮਨ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜਿਸ ਦੇ ਥਰੂ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਸੰਕਲਪ ਕਹਿੰਦੇ ਹਾਂ, ਕਨਸੈਪਟ, ਆਈਡੀਆਜ਼ ਕਹਿੰਦੇ ਹਾਂ, ਡਿਜ਼ਾਇਰਸ ਵੀ ਕਹਿ ਸਕਦੇ ਹਾਂ ਜਾਂ ਵਿਕਲਪ, ਆਪਸ਼ਨ, ਚੁਆਇਸ ਵੀ ਕਹਿੰਦੇ ਹਾਂ। ਤੇ ਦੂਸਰਾ ਹੈ ਬੁੱਧ। ਬੁੱਧ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜਿਸ ਦੇ ਥਰੂ ਅਸੀਂ ਠੀਕ ਜਾਂ ਗਲਤ ਦਾ ਫੈਸਲਾ ਕਰਦੇ ਹਾਂ, ਰਾਈਟ ਔਰ ਰੋਂਗ ਦਾ ਡਿਸੀਜਨ ਲੈਂਦੇ ਹਾਂ। ਤੇ ਤੀਸਰਾ ਹੈ ਚਿੱਤ। ਚਿੱਤ ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਹੈ ਜਿਸ ਦੇ ਥਰੂ ਅਸੀਂ ਹਰ ਚੀਜ਼ ਨੂੰ ਯਾਦ ਕਰ ਸਕਦੇ ਹਾਂ। ਤੇ ਚੌਥੀ ਐਕਟੀਵਿਟੀ ਹੈ ਦਿਮਾਗ ਦੀ, ਉਹ ਹੈ ਅਹੰਕਾਰ, ਈਗੋ, ਜਿਸ ਦੇ ਥਰੂ ਅਸੀਂ ਇੱਕ ਦੂਸਰੇ ਵਿੱਚ ਫਰਕ ਮਹਿਸੂਸ ਕਰਦੇ ਹਾਂ, ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਇਸ ਮਨ ਵਿੱਚ ਗਲਤ ਸੋਚ ਦੀ, ਗਲਤ ਵਿਚਾਰਾਂ ਦੀ ਮੈਲ ਇਕੱਠੀ ਹੁੰਦੀ ਰਹਿੰਦੀ ਹੈ। ਗਲਤ ਸੋਚ ਹੀ ਮਨ ਦੀ ਮੈਲ ਹਨ, ਗਲਤ ਵਿਚਾਰ ਹੀ ਮਨ ਦੀ ਮੈਲ ਹਨ। ਹੋ ਸਕਦਾ ਹੈ ਕਿ ਸਾਡਾ ਸਰੀਰ ਸਤਸੰਗਤ ਵਿੱਚ ਬੈਠਾ ਹੋਵੇ ਪਰ ਮਨ, ਵਿਚਾਰ, ਸੋਚ ਉਹ ਕੁਸੰਗਤ ਕਰ ਰਹੇ ਹੋਣ। ਮੈਲੇ ਵਿਚਾਰ ਮਨ ਦੀ ਮੈਲ ਹੈ। ਧਨ, ਜੋਬਨ, ਪ੍ਰਭਤਾ ਦਾ ਅਹੰਕਾਰ ਇਹ ਮਨ ਦੀ ਮੈਲ ਹੈ। ਜੇ ਮਨ ਮੈਲਾ ਹੈ ਤੇ ਇਸ ਦਾ ਦੇਖਣਾ ਵੀ ਮੈਲਾ ਹੋਏਗਾ। ਜੇ ਮਨ ਮੈਲਾ ਹੈ, ਇਸ ਦੇ ਹੱਥਾਂ ਨਾਲ ਕੀਤਾ ਹੋਇਆ ਕਰਮ ਵੀ ਮੈਲਾ ਹੋਵੇਗਾ। ਜੇ ਮਨ ਮੈਲਾ ਹੈ ਤਾਂ ਇਸ ਦੇ ਕੰਨਾਂ ਨਾਲ ਸੁਣਿਆ ਵੀ ਮੈਲਾ ਹੋਵੇਗਾ। ਜੇ ਮਨ ਮੈਲਾ ਹੈ ਤਾਂ ਇਸ ਦੇ ਪੈਰਾਂ ਨਾਲ ਚੱਲਿਆ ਹੋਇਆ ਰਸਤਾ ਵੀ ਮੈਲਾ ਹੋਵੇਗਾ। ਅਤੇ ਅਖੀਰ ਜੇ ਮਨ ਮੈਲਾ ਹੈ ਫਿਰ ਇਸ ਦੇ ਮੂੰਹ ਨਾਲ ਬੋਲੇ ਹੋਏ ਬੋਲ ਵੀ ਮੈਲੇ ਹੀ ਹੋਣਗੇ। ਸਤਿਗੁਰੂ ਜੀ ਕਹਿੰਦੇ ਹਨ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੁੱਝੈ ਕੋਈ। ਇਸ ਦੇ ਕੀਤੇ ਹੋਏ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਿਕ ਸਾਰੇ ਕੰਮ ਮੈਲੇ ਹੁੰਦੇ ਜਾਂਦੇ ਹਨ। ਕਈ ਵਾਰ ਮਨੁੱਖ ਜ਼ੁਬਾਨ ਨਾਲ ਐਸੇ ਬੋਲ ਬੋਲਦਾ ਹੈ ਜਿਨ੍ਹਾਂ ਵਿੱਚ ਰਸ ਨਹੀਂ ਹੁੰਦਾ, ਸਵਾਦ ਨਹੀਂ ਹੁੰਦਾ, ਮਿਠਾਸ ਨਹੀਂ ਹੁੰਦੀ, ਬਲਕਿ ਇਤਨੇ ਫਿੱਕੇ ਬੋਲ ਬੋਲਦਾ ਹੈ ਕਿ ਸੁਣਨ ਵਾਲਾ ਵੀ ਫਿੱਕਾ ਹੋ ਜਾਏ। ਮਨੁੱਖ ਦਾ ਬੋਲਿਆ ਹੋਇਆ ਇੱਕ ਬੋਲ ਕਿਸੇ ਦੀ ਆਤਮਾ ਨੂੰ ਤਪਾ ਸਕਦਾ ਹੈ ਅਤੇ ਕਿਸੇ ਦਾ ਬੋਲਿਆ ਹੋਇਆ ਇੱਕ ਬੋਲ ਕਿਸੇ ਦੂਸਰੇ ਦੇ ਹਿਰਦੇ ਨੂੰ ਠੰਡ ਵੀ ਪਾ ਸਕਦਾ ਹੈ।
2.5-3 साल का बच्चा, इस उम्र का बच्चा जो है वो बोलना सीख जाता है, पर कई बार देखीदा है कि की बोलना है, कदों बोलना है, कित्थे बोलना है। कई बंदियां नूं सारी उम्र ये समझ नहीं आंदा। उम्र वड्डी हो जाती है, सारी उम्र निकल जाती है, पर बोलना नहीं आया। की बोलना है, कित्थे बोलना है। परमात्मा ने मनुख नूं 2 कंन दिते हैं, 2 अखां दित्तियां हैं, पर जुबान एक दिती है। भाव कि 2 बार देख के, 2 बार सुनन तो बाद 1 बार बोल। ਜਿਹੜਾ ਬੰਦਾ ਕਿਸੇ ਨੂੰ ਗਾਲਾਂ ਕੱਢਦਾ ਹੈ, ਕਿਸੇ ਨੂੰ ਮੰਦੇ ਬੋਲ ਬੋਲਦਾ ਹੈ, ਉਹ ਕਦੇ ਆਪ ਵੀ ਅੰਦਰੋਂ ਠੰਡਾ ਨਹੀਂ ਹੋ ਸਕਦਾ। ਉਸ ਦਾ ਅੰਦਰ ਵੀ ਕਦੇ ਸ਼ਾਂਤ ਨਹੀਂ ਹੋ ਸਕਦਾ। ਜਦੋਂ ਤੁਸੀਂ ਕਿਸੇ ਮਾਚਸ ਦੀ ਤਿੱਲੀ ਨੂੰ ਜਲਾਉਂਦੇ ਹੋ ਤਾਂ ਕਿਸੇ ਨੂੰ ਅੱਗ ਲਾਉਣ ਤੋਂ ਪਹਿਲਾਂ ਉਸ ਤਿੱਲੀ ਨੂੰ ਆਪਣੇ ਆਪ ਨੂੰ ਸਾੜਨਾ ਪੈਂਦਾ ਹੈ। ਜੇ ਕਿਸੇ ਦੇ ਬੋਲ ਨਾਲ ਕੋਈ ਹਰਟ ਹੁੰਦਾ ਹੈ, ਇਸ ਦਾ ਮਤਲਬ ਉਹ ਬੋਲਣ ਵਾਲਾ ਵੀ ਅੰਦਰੋਂ ਤਪਿਆ ਹੋਇਆ ਹੋਏਗਾ। ਜਿਸ ਮਨੁੱਖ ਦਾ ਬੋਲਿਆ ਕੋਈ ਬੋਲ ਜੇ ਕਿਸੇ ਦੀ ਆਤਮਾ ਨੂੰ ਸਾੜਦਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਹਨ कि उस बोलन वाले दा माइंड एंड बॉडी दोनों ही फिक्के होंदे हैं। गुरु जी का पावन बचन है, कहंदे नानक फिक्का बोलीए। जिहड़ा बंदा जुबान तो फिक्का बोलता है, गुरु जी ने इत्थे 2 शब्द वरते हैं कि उसकी जुबान तो फिक्की है ही, पर उसका मन, उसके थॉट्स, उसके ख्याल ਉਹ ਵੀ ਫਿਲਥੀ ਹਨ, ਉਸਦੇ ਵਿਚਾਰ ਵੀ ਬੁਰੇ ਹਨ। ਨਾਨਕ ਫਿੱਕਿਆ ਬੋਲੀਏ, ਤਨ ਮਨ ਫਿੱਕਾ ਹੋਏ। ਅਸੀਂ ਦਿਮਾਗ ਰੂਪੀ ਭਾਂਡੇ ਵਿੱਚ ਜੋ ਕੁਝ ਵੀ ਇਕੱਠਾ ਕਰਦੇ ਹਾਂ, ਉਹੀ ਕੁਝ ਬਾਹਰ ਆਉਂਦਾ ਹੈ। ਜਿਵੇਂ ਕੈਟਲ ਦੇ ਪਾਈਪ ਵਿੱਚੋਂ ਉਹੀ ਕੁਝ ਨਿਕਲਦਾ ਹੈ ਜੋ ਤੁਸੀਂ ਉਸ ਕੇਤਲੀ ਵਿੱਚ पाते हो। जे दुध पाओगे तो दुध निकलेगा, चाह पाओगे चाह निकलेगी, पानी पाओगे पानी निकलेगा। गुरु जी कहते हैं जो पावे भांडे विच वस्त सा निकले, क्या कोई करे विचारा। जे उस भांडे विच शरबत है तो भांडे दी टूटी ने उस शरबत नूं जहर नहीं बना देना, ते जे भांडे विच जहर है ਤਾਂ ਭਾਂਡੇ ਦੀ ਟੁੱਟੀ ਨੇ ਉਸ ਨੂੰ ਅੰਮ੍ਰਿਤ ਨਹੀਂ ਬਣਾ ਦੇਣਾ। ਇਸੇ ਤਰ੍ਹਾਂ ਜ਼ਿਆਦਾਤਰ ਬੰਦਿਆਂ ਦੀ ਜ਼ੁਬਾਨ ਇਹ ਦੱਸ ਦਿੰਦੀ ਹੈ ਕਿ ਇਸ ਦੇ ਦਿਮਾਗ ਰੂਪੀ ਭਾਂਡੇ ਵਿੱਚ ਕੀ ਹੈ। ਅਸਲ ਵਿੱਚ ਸਾਡੀ ਜ਼ੁਬਾਨ ਹੀ ਸਾਡੇ ਸਰੀਰ ਰੂਪੀ ਭਾਂਡੇ ਦੀ ਟੁੱਟੀ ਹੈ। ਅਸੀਂ ਇਹਨਾਂ ਅੱਖਾਂ ਨਾਲ, ਕੰਨਾਂ ਦੇ ਥਰੂ ਜੋ ਕੁਝ ਵੀ ਅੰਦਰ ਭਰਦੇ ਹਾਂ, जुबान उसे नूं बाहर कढ़दी है। इसलिए गुरु जी समझाते हैं शुभ बचन बोल गुण अमोल। utter the impressive words, effective words, its priceless quality. Kinkari Bikar, why you are involved in corrupt actions, evil deeds. ਜ਼ਿੰਦਗੀ ਵਿੱਚ ਇਹ 2 ਗੱਲਾਂ ਯਾਦ ਰੱਖਣਾ ਕਿ ਜੋ ਜ਼ੁਬਾਨ ਦੇ ਸਵਾਦ ਤੇ ਕਾਬੂ ਪਾ ਲਵਾਂਗੇ ਤਾਂ ਸਰੀਰਕ ਬਿਮਾਰੀਆਂ ਤੋਂ ਬਚ ਜਾਵਾਂਗੇ, ਅਤੇ ਜੇ ਜ਼ੁਬਾਨ ਤੇ ਕਾਬੂ ਪਾ ਲਵਾਂਗੇ ਤਾਂ ਕਲੇਸ਼ ਤੋਂ, ਝਗੜਿਆਂ ਤੋਂ, ਉਹਨਾਂ ਤੋਂ ਵੀ ਬਚ ਜਾਵਾਂਗੇ। बस इतना याद रखना है कि मूँह विचों कढ़ना की है ते मूँह विच पाना की है। सिर्फ इस नुकते नाल जिंदगी दे अद्धे तो ज़्यादा मसले जिहड़े हन वो हल हो जाते हैं, प्रॉब्लम्स जो हैं सॉल्व हो जांदियां हैं। गुरु जी कहते हैं जित बोलिए पत पाइए, सो बोलिया प्रमाण।
ਮੂੰਹ ਤੋਂ ਬੋਲਿਆ ਉਹੀ ਬੋਲ ਸੁਚੱਜਾ ਹੈ ਜਿਸ ਦੇ ਬੋਲਣ ਨਾਲ ਆਦਰ ਮਿਲਦਾ ਹੈ, ਰਿਸਪੈਕਟ ਮਿਲਦੀ ਹੈ, ਸ਼ੋਭਾ ਹੁੰਦੀ ਹੈ। ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ। ਹੇ ਮੇਰੇ ਮੂਰਖ ਮਨ, ਫਿੱਕਾ ਬੋਲ ਬੋਲਣ ਤੋਂ ਬਾਅਦ ਪਰੇਸ਼ਾਨੀ ਜਾਂ ਖੁਆਰੀ ਹੀ ਹੱਥ ਆਉਂਦੀ ਹੈ, ਪ੍ਰੋਬਲਮਸ ਹੀ ਕ੍ਰੀਏਟ ਹੁੰਦੀਆਂ ਹਨ। ਗੁਰੂ ਜੀ ਕਹਿੰਦੇ ਹਨ, ਇਸ ਖੁਆਰੀ ਤੋਂ ਬਚਣ ਦਾ, ਇਹਨਾਂ ਪ੍ਰੋਬਲਮਸ ਤੋਂ ਬਚਣ ਦਾ ਇੱਕੋ ਇੱਕ ਰਸਤਾ ਹੈ ਕਿ ਆਪਣੀ ਜ਼ੁਬਾਨ ਨਾਲ ਮਿੱਠੇ ਬੋਲ ਬੋਲ, ਕਿਉਂਕਿ ਉਸ ਪਰਮਾਤਮਾ ਦੀ ਬੋਲੀ ਵੀ ਮਿੱਠੀ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। He is true, his name is true, and he speaks with infinite love। ਉਸ ਪਰਮਾਤਮਾ ਦੇ ਬੋਲ ਵੀ ਮਿੱਠੇ ਹਨ, ਜਿਵੇਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਪਰਮਾਤਮਾ ਮਿੱਠ ਬੋਲੜਾ ਹੈ। ਮੇਰਾ ਜਿਹੜਾ ਮਿੱਤਰ ਪਰਮਾਤਮਾ ਹੈ, ਮੇਰਾ ਮਾਲਕ ਜੋ ਹੈ, ਉਹ ਮਿੱਠ ਬੋਲੜਾ ਹੈ। ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ। ਮੈਂ ਦੇਖਿਆ ਹੈ ਉਹ ਕੋੜਾ ਬੋਲਦਾ ਹੀ ਨਹੀਂ। ਕਿਉਂ ਨਹੀਂ ਬੋਲਦਾ? ਕਹਿੰਦੇ ਕੋੜਾ ਬੋਲ ਨਾ ਜਾਣੇ। ਉਹ ਕੋੜਾ ਬੋਲ ਬੋਲਣਾ ਜਾਣਦਾ ਹੀ ਨਹੀਂ। ਆਓ ਇਹ ਸ਼ਬਦ ਪੜ੍ਹ ਕੇ ਉਪਰੰਤ ਅੱਗੇ ਦੀ ਵਿਚਾਰ ਕਰਾਂਗੇ। ਮਿੱਠ ਬੋਲੜਾ ਜੀ, ਮਿੱਠ ਬੋਲੜਾ, ਮਿੱਠ ਬੋਲੜਾ ਜੀ, ਮਿੱਠ ਬੋਲੜਾ। ਹਰ ਸੱਜਣ ਸੁਆਮੀ ਮੋਰਾ। ਹਰ ਸੱਜਣ ਸੁਆਮੀ ਮੋਰਾ। ਮਿੱਠ ਬੋਲੜਾ ਜੀ, ਮਿੱਠ ਬੋਲੜਾ, ਮਿੱਠ ਬੋਲੜਾ ਜੀ, ਮਿੱਠ ਬੋਲੜਾ। ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ। ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ। ਮਿੱਠ ਬੋਲੜਾ ਜੀ, ਮਿੱਠ ਬੋਲੜਾ, ਮਿੱਠ ਬੋਲੜਾ ਜੀ, ਮਿੱਠ ਬੋਲੜਾ। ਹਰ ਸੱਜਣ ਸੁਆਮੀ ਮੋਰਾ। ਹਰ ਸੱਜਣ ਸੁਆਮੀ ਮੋਰਾ। ਮਿੱਠ ਬੋਲੜਾ ਜੀ, ਮਿੱਠ ਬੋਲੜਾ, ਮਿੱਠ ਬੋਲੜਾ ਜੀ, ਮਿੱਠ ਬੋਲੜਾ।
बोलड़ा, मिठ बोलड़ा जी, मिठ बोलड़ा। हर सज्जन स्वामी मोरा, हर सज्जन स्वामी मोरा, मिठ बोलड़ा जी, मिठ बोलड़ा, मिठ बोलड़ा जी, मिठ बोलड़ा। हो सम थके जे ओ कदे ना बोले कोरा, हो सम थके जे ओ कदे ना बोले कोरा, मिठ बोलड़ा जी, मिठ बोलड़ा, मिठ बोलड़ा जी, मिठ बोलड़ा। कट कटवासी सर्ब निवासी, नेरे हिते नेरा। कट कटवासी सर्ब निवासी, नेरे हिते नेरा। नानक दास सदा शरणागत, हर अमृत सज्जन मेरा। मिठ बोलड़ा जी, मिठ बोलड़ा, मिठ बोलड़ा जी, मिठ बोलड़ा। हर सज्जन स्वामी मोरा, हर सज्जन स्वामी मोरा, मिठ बोलड़ा जी, मिठ बोलड़ा, मिठ बोलड़ा जी, मिठ बोलड़ा, मिठ बोलड़ा जी, मिठ बोलड़ा। वाहिगुरु जी। इस संसार विच रहिंदियां मनुख नूं अपने सुख जां दुखां नूं किसी दूसरे नाल सांझे करन वास्ते कुछ ना कुछ बोलण दी जरूरत पैंदी है। मनुख दी जिंदगी विच बोलां दी बहुत वड्डी महानता है। जिहो जे बोल असी बोलते हाँ जां जिहो जे बोल असी सुनते हाँ, उसे तरह के विचार साडे बनते जाते हैं। जे असी नैगेटिव बोल बोलते हाँ जां नैगेटिव बोल सुनते हाँ तो साडे अंदर नैगेटिविटी पैदा होती है, नकारात्मक सोच बनती है। अते कई बार इन्हां नैगेटिव विचारां करके बंदा डिप्रैशन आदि बीमारियां सहेड़ लैंदा है, उन्हां दा शिकार हो जाता है। संसार विच कितने ही ऐसे बच्चे हैं
ਜਿਨ੍ਹਾਂ ਦੇ ਮਾਤਾ ਪਿਤਾ ਨੇ, ਜਿਨ੍ਹਾਂ ਦੇ ਟੀਚਰਾਂ ਨੇ, ਜਿਨ੍ਹਾਂ ਦੇ ਰਿਲੇਟਿਵਸ ਨੇ ਨੈਗੇਟਿਵ ਬੋਲ ਕੇ ਉਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਹੈ। ਜਿਵੇਂ ਕਈ ਵਾਰ ਤੁਸੀਂ ਸੁਣਦੇ ਹੋਣੇ, ਬੰਦਾ ਕਹਿੰਦਾ ਹੈ, ਕਾਕਾ ਤੂੰ ਇਹ ਕੰਮ ਨਹੀਂ ਕਰ ਸਕਦਾ, ਤੇਰੇ ਵੱਸ ਦਾ ਇਹ ਕੰਮ ਨਹੀਂ, ਤੂੰ ਤੇ ਗਧਾ ਹੈ, ਖੋਤਾ ਹੈ, ਪੜ੍ਹਾਈ ਤੇਰੇ ਵੱਸ ਦੀ ਨਹੀਂ। ਜੇ ਉਹ ਬੱਚੇ ਬਾਰ-ਬਾਰ ਇਹੋ ਜਿਹੇ ਬੋਲਾਂ ਨੂੰ ਸੁਣ ਕੇ ਉਹਨਾਂ ਬੋਲਾਂ ਤੇ ਭਰੋਸਾ ਕਰ ਲੈਣ ਕਿ ਮੈਂ ਤੇ ਕੁਝ ਕਰਨ ਜੋਗਾ ਨਹੀਂ, ਮੈਂ ਤੇ ਗਧਾ ਹਾਂ, ਤੇ ਫਿਰ ਕਾਮਯਾਬ ਨਹੀਂ ਹੋ ਸਕਣਗੇ, ਸਕਸੈਸਫੁਲ ਨਹੀਂ ਹੋ ਸਕਣਗੇ, ਕਿਉਂਕਿ ਅਸੀਂ ਉਹਨਾਂ ਨਾਲ ਨਕਾਰਾਤਮਕ ਨੈਗੇਟਿਵ ਬੋਲ ਰਹੇ ਹਾਂ। ਇਸ ਗੱਲ ਵੱਲ ਧਿਆਨ ਦੇਣਾ ਕਿ ਦੁਨੀਆ ਵਿੱਚ ਕੁਝ ਐਸੇ ਨੈਗੇਟਿਵ ਬੋਲੇ ਗਏ, ਉਹਨਾਂ ਬੋਲਾਂ ਨੇ ਸਮਾਜ ਦੇ ਵਿੱਚ, ਕਮਿਊਨਿਟੀ ਨੂੰ ਕਾਸਟ ਦੇ ਵਿੱਚ, 4 ਵਰਣਾਂ ਦੇ ਵਿੱਚ ਵੰਡ ਕੇ ਰੱਖ ਦਿੱਤਾ। ਐਸੇ ਬੋਲੇ ਗਏ, ਊਚ ਨੀਚ ਦੇ ਵਿਤਕਰੇ ਪੈਦਾ ਹੋ ਗਏ ਅਤੇ ਜਿਨ੍ਹਾਂ ਨੂੰ ਸੋ ਕਾਲਡ ਲੋ ਕਾਸਟ ਅਸੀਂ ਕਹਿੰਦੇ ਹਾਂ, ਨੀਚ ਕਿਹਾ ਗਿਆ, ਉਹਨਾਂ ਉੱਤੇ ਇਹਨਾਂ ਬੋਲਾਂ ਕਰਕੇ ਕਿਤਨਾ ਜ਼ੁਲਮ ਹੋਇਆ ਉਹ ਬਿਆਨ ਤੋਂ ਬਾਹਰ ਹੈ। ਅਤੇ ਇਸ ਨਕਾਰਾਤਮਕ ਸੋਚ ਕਰਕੇ ਇੰਡੀਆ ਜੋ ਹੈ ਸਦੀਆਂ ਤੱਕ ਗੁਲਾਮ ਵੀ ਰਿਹਾ, ਕਿਉਂਕਿ ਸਮਾਜ ਦੇ ਵਿੱਚ ਵਿਤਕਰੇ ਪੈਦਾ ਹੋ ਗਏ। ਇਹ ਗੁਰੂ ਨਾਨਕ ਸਾਹਿਬ ਜੀ ਦੇ ਸਕਾਰਾਤਮਕ ਜੋ ਪੋਜ਼ਿਟਿਵ ਬੋਲ ਹੀ ਸਨ, ਜਿਨ੍ਹਾਂ ਨੇ ਸੱਜਣ ਵਰਗੇ ਠੱਗ ਨੂੰ ਅਸਲੀ ਸੱਜਣ ਬਣਾ ਦਿੱਤਾ। ਕੋਡੇ ਭੀਲ ਵਰਗੇ ਜੋ ਲੋਕਾਂ ਨੂੰ ਤੇਲ ਵਿੱਚ ਤਲ ਕੇ ਮਾਰਦੇ ਸਨ, ਗੁਰੂ ਜੀ ਦੇ ਬਚਨ ਸੁਣ ਕੇ ਉਹੀ ਲੋਕਾਂ ਨੂੰ ਜੀਵਨ ਦਾਨ ਦੇਣ ਵਾਲੇ ਬਣ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੋਲ ਹੀ ਸਨ ਜਿਨ੍ਹਾਂ ਨੇ ਉਹਨਾਂ ਲੋਕਾਂ ਵਿੱਚ ਜਾਨ ਪਾ ਦਿੱਤੀ ਜਿਨ੍ਹਾਂ ਨੂੰ ਗਿੱਦੜ ਕਿਹਾ ਜਾਂਦਾ ਸੀ, ਅਤੇ ਜਿਨ੍ਹਾਂ ਨੇ ਸ਼ੇਰ ਰਖਵਾਉਣ ਵਾਲਿਆਂ ਨੂੰ ਘੇਰ ਕੇ ਉਹਨਾਂ ਦਾ ਸ਼ਿਕਾਰ ਕੀਤਾ ਅਤੇ ਹਿੰਦੁਸਤਾਨ ਦੀ ਗੁਲਾਮੀ ਦੀ ਜੰਜੀਰਾਂ ਨੂੰ ਕੱਟ ਦਿੱਤਾ। ਬੋਲਾਂ ਵਿੱਚ ਇਤਨੀ ਤਾਕਤ ਹੈ। ਹੁਣ ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਜੇ ਅਸੀਂ ਮਿੱਠੇ ਬੋਲਦੇ ਹਾਂ ਤਾਂ ਕਿਸੇ ਨਾਲ ਸਾਡੀ ਪ੍ਰੀਤ ਬਣ ਜਾਂਦੀ ਹੈ, ਪਿਆਰ ਬਣ ਜਾਂਦਾ ਹੈ। ਗੁਰੂ ਜੀ ਕਹਿੰਦੇ ਹਨ, ਗੰਢ ਪ੍ਰੀਤੀ ਮਿੱਠੇ ਬੋਲ। ਬੰਦੇ ਦੀ ਇੰਟਰੈਕਸ਼ਨ ਜੋ ਹੈ, ਬੰਦੇ ਦੀ ਦੋਸਤੀ ਮਿੱਠੇ ਬੋਲਾਂ ਨਾਲ ਹੀ ਸ਼ੁਰੂ ਹੁੰਦੀ ਹੈ। ਜੇ ਅਸੀਂ ਕੌੜੇ ਬੋਲਦੇ ਹਾਂ ਤਾਂ ਕਿਸੇ ਨਾਲ ਸਾਡਾ ਪਿਆਰ, ਸਾਡੀ ਪ੍ਰੀਤ ਉਹ ਟੁੱਟ ਵੀ ਜਾਂਦੀ ਹੈ। ਗੁਰੂ ਜੀ ਇਸ ਬਾਰੇ ਵੀ ਫਰਮਾਉਂਦੇ ਹਨ, ਕਦੇ ਟੂਟ ਪ੍ਰੀਤ ਗਈ ਬੁਰ ਬੋਲ। ਬੁਰੇ ਬੋਲਾਂ ਕਰਕੇ ਜਿਨ੍ਹਾਂ ਨਾਲ ਪਿਆਰ ਬਣਿਆ ਸੀ ਉਹ ਵੀ ਟੁੱਟ ਗਿਆ। ਅਸੀਂ ਕਿਤਨੇ ਸਾਰੇ ਐਸੇ ਬੋਲੇ ਜਿਨ੍ਹਾਂ ਬੋਲਾਂ ਕਰਕੇ ਅਸੀਂ ਆਪਣੇ ਬਹੁਤ ਪਿਆਰੇ ਕਰੀਬੀ ਰਿਸ਼ਤਿਆਂ ਨੂੰ ਗਵਾ ਦਿੱਤਾ ਅਤੇ ਉਹਨਾਂ ਰਿਸ਼ਤਿਆਂ ਵਿੱਚ ਕੁੜੱਤਣ ਪੈਦਾ ਹੋ ਗਈ, ਬਿਟਰਨੈਸ ਪੈਦਾ ਹੋ ਗਈ, ਕੜਵਾਹਟ ਪੈਦਾ ਹੋ ਗਈ। ਅਸੀਂ ਦੇਖਦੇ ਹਾਂ ਕਿ ਕਈ ਸੱਜਣ ਮਿੱਤਰਾਂ ਦੇ ਬੋਲ ਇਤਨੇ ਮਿੱਠੇ ਪਿਆਰੇ ਹੁੰਦੇ ਹਨ, ਜੀ ਕਰਦਾ ਹੈ ਕਿ ਇਹ ਬੋਲਦੇ ਜਾਣ ਤੇ ਅਸੀਂ ਸੁਣਦੇ ਜਾਈਏ। ਅਤੇ ਕਈ ਲੋਕਾਂ ਦੇ ਬੋਲ ਉਸ ਚਿੱਠੀ ਦੀ ਤਰ੍ਹਾਂ ਹੁੰਦੇ ਹਨ ਜਿਸ ਚਿੱਠੀ ਨੂੰ ਬਾਰ-ਬਾਰ ਪੜ੍ਹਨ ਦਾ ਮਨ ਕਰਦਾ ਹੈ। ਕਈਆਂ ਦੇ ਬੋਲ ਇਤਨੇ ਪੋਜ਼ਿਟਿਵ ਹੁੰਦੇ ਹਨ, ਸਕਾਰਾਤਮਕ ਹੁੰਦੇ ਹਨ ਕਿ ਚਾਹੇ ਉਹ ਲੋਕ ਸਰੀਰਕ ਰੂਪ ਵਿੱਚ ਸਾਡੇ ਤੋਂ ਦੂਰ ਹੋਣ ਤਾਂ ਵੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਬਿਲਕੁਲ ਨਜ਼ਦੀਕ ਹਨ। ਕਈ ਵਾਰ ਐਸੇ ਪਿਆਰੇ ਮਨੁੱਖ ਬੇਗਾਨੇ ਹੁੰਦੇ ਹੋਏ ਵੀ ਆਪਣੇ ਬਣ ਜਾਂਦੇ ਹਨ ਅਤੇ ਕਈਆਂ ਦੇ ਐਸੇ ਕਠੋਰ ਬੋਲ ਹੁੰਦੇ ਹਨ ਕਿ ਉਹ ਲੋਕ ਆਪਣੇ ਹੁੰਦੇ ਹੋਏ ਵੀ ਬੇਗਾਨੇ ਹੋ ਜਾਂਦੇ ਹਨ। ਅਸੀਂ ਉਹਨਾਂ ਦੇ ਦਿਲੋਂ ਉਤਰ ਜਾਂਦੇ ਹਾਂ
ਉਹ ਸਾਡੇ ਦਿਲੋਂ ਉਤਰ ਜਾਂਦੇ ਹਨ। ਭਗਤ ਕਬੀਰ ਜੀ ਐਸੇ ਬੋਲ ਬੋਲਣਾ ਸਿਖਾ ਰਹੇ ਹਨ ਸਾਨੂੰ, ਜਿਨ੍ਹਾਂ ਬੋਲਾਂ ਦੇ ਨਾਲ ਸਾਡਾ ਵਿਕਾਸ ਹੋ ਸਕੇ, ਸਾਡੀ ਪ੍ਰੋਗਰੈਸ ਹੋ ਸਕੇ, ਸਾਡੀ ਡਿਵੈਲਪਮੈਂਟ ਹੋ ਸਕੇ। ਕਿਉਂਕਿ ਮਨੁੱਖ ਦੇ ਬੋਲਾਂ ਨਾਲ ਜਿੱਥੇ ਪ੍ਰੋਗਰੈਸ ਹੁੰਦੀ ਹੈ, ਉੱਥੇ ਮਨੁੱਖ ਦੇ ਬੋਲਾਂ ਨਾਲ ਹੀ ਡਿਸਟਰਕਸ਼ਨ, ਵਿਨਾਸ਼ ਵੀ ਹੋ ਸਕਦਾ ਹੈ, ਐਕਸਟਰਮੀਨੇਸ਼ਨ, ਤਬਾਹੀ ਵੀ ਹੋ ਸਕਦੀ ਹੈ। ਅਸੀਂ ਕਿਹੋ ਜਿਹੇ ਬੋਲ ਬੋਲਦੇ ਹਾਂ, ਕਿੱਥੇ ਬੋਲਣੇ ਹਨ, ਕਿਵੇਂ ਬੋਲਣਾ ਹੈ ਅਤੇ ਕਿਸ ਜਗ੍ਹਾ ਅਸੀਂ ਚੁੱਪ ਰਹਿਣਾ ਹੈ, ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਕਿਹੋ ਜਿਹੇ ਬੋਲ ਬੋਲੀਏ, ਕਿੱਥੇ ਬੋਲੀਏ, ਕਿਵੇਂ ਬੋਲੀਏ ਤੇ ਕਿਸ ਜਗ੍ਹਾ ਅਸੀਂ ਚੁੱਪ ਹੋ ਜਾਈਏ। ਭਗਤ ਕਬੀਰ ਜੀ ਕਹਿੰਦੇ ਹਨ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। बाबा बोलना क्या कहिए, जैसे राम नाम रव रही है। आओ पहले शब्द पढ़ लीए, फिर इस शब्द का उस दे उत्ते विचार करांगे। प्यार नाल इस शब्द नूं पढ़दे हां। जैसे राम नाम राव रही है, जैसे राम नाम राव रही है, बोलना क्या कहिए बाबा, बाबा बोलना क्या कहिए। जैसे राम नाम राव रही है, जैसे राम नाम राव रही है, बोलना क्या कहिए बाबा, बोलना क्या कहिए बाबा, बोलना क्या कहिए। संत मिले किछ सुनिए कहिए, संत मिले किछ सुनिए कहिए, मिले संत मस्ट कर रही है, मिले संत मस्ट कर रही है, मिले संत मस्ट कर रही है बाबा, बोलना क्या कहिए। जैसे राम नाम राव रही है, बोलना क्या कहिए बाबा,
हितकारी संतन स्यों बोले उपकारी मूरख स्यों बोले चख मारी मूरख स्यों बोले चख मारी बोलत बोलत बड़े है बिकारा बिन बोले क्या करे है बेचारा कहो कबीर छूछा कट बोले कहो कबीर छूछा कट बोले परया होए सो कबहू न डोले परया होए सो कबहू न डोले परया होए सो कबहू न डोले बाबा क्या कहिए बाबा क्या कहिए जैसे राम नाम राव रही है जैसे राम नाम राव रही है बोलना क्या कहिए बाबा बोलना क्या कहिए बाबा बोलना क्या कहिए बाबा बोलना क्या कहिए वाहिगुरु जी। संत मिले किछ सुनिए कहिए इत्थे संत का मतलब है शांत आदमी कूल पर्सनैलिटी काम प्रसन्न गुरबाणी विच संत शब्द करीब करीब 5 अखरां विच 5 अर्थां दे विच आउंदा है जिवें असीं पढ़दे हां भाग होआ गुर संत मिलाया इत्थे संत का अर्थ है रब परमात्मा गुरु जी ने मैनू रब नाल मिला दिता ते संत का दूसरा मतलब है मीनिंग है गुरु जी कहते हैं संत शरण जो जन परै सो जन उदरन हार इत्थे संत का मीनिंग है अर्थ है गुरु जो मनुख गुरु की शरण विच आंदा है गुरु की सैंक्चुरी विच आंदा है गुरु के कहे अनुसार चलता है वो विकारां तो मुक्त हो जाता है माया के बंधनों तो मुक्त हो जाता है ते तीसरा संत का मतलब है शांत असी पढ़ते हाँ अमृत दृष्ट पेखे होए संत सुखमनी साहिब विच पढ़ते हाँ इसका मतलब है जदों गुरु जी किसी उत्ते अमृतमयी नज़र नाल देख के ज्ञान की दात दिंदे हैं तो बंदा शांत हो जाता है उसके अंदरों विकारां की जो अग है वो बुझ जाती है
चौथा संत का अर्थ है गुरु नानक साहिब का सिख, जां जिसनों असी सत्संगत भी कहते हाँ। जिवें असी बाणी विच पढ़ते हाँ, संत संग हर मन वसै। इत्थे संत का मतलब है सतसंगत, ते पंजवां संत का मीनिंग है संत प्रहलाद की पैज जिन राखी। इत्थे संत का अर्थ बनता है दास जां प्यारा। जिवें असी पढ़ रहे सी, संत मिलै किछ सुनिए कहिए, भाव कि जे प्रभु का प्यारा शांत मनुख, जिस दे अंदर कोई विकार नहीं, जिस दे अंदर शुभ गुण हैं, जे ऐसा बंदा मिल जाए तो उस नाल कुछ कन्वरसेशन डिस्कशन करनी चाहिए है, गलबात करनी चाहिए है, कुछ कहना चाहिए है, तो उसके कोलों कुछ सुनना चाहिए है। क्योंकि जो असी उस नाल बोलांगे सुनांगे वो पॉजिटिव होवेगा, सकारात्मक होवेगा, सिफत सलाह की गल होवेगी, इनफिनिटी की गल होवेगी, डिवेलपमेंट की गल होवेगी, प्रोग्रेस की गल होवेगी, समाज के भले की गल होवेगी, दुखा रोगों तो बचण की गल होवेगी। इस करके सानू ऐसे बंदियां नाल गलबात करनी चाहिए है, उत्थे सानू बहुत कुछ सीखण नूं मिल सकता है। We could learn lot of good things from them। ते अगे कंदन मिले असंत मष्ट कर रही है। मष्ट का अर्थ है चुप हो जाना, साइलेंट हो जाना। भाव कि जेड़ा बंदा विकारां वाली जिंदगी जी रहा है वो सानू भी गलत रस्ते ते चलण वास्ते प्रमोट करेगा, प्रेरित करेगा। उत्थे सानू चुप कर जाना चाहिए है, साइलेंट हो जाना चाहिए है, उसकी गल सुननी नहीं चाहिए। उसका रीजन है कि जे असी विकारां दे बोल बोलांगे, विकारां दे बोल सुनांगे, फिर वही कुछ साडे अंदर अपलोड होवेगा, साडे इस दिमाग विच वही कुछ चला जाएगा। फिर जिंदगी नूं कोई ना कोई विकार, कोई ना कोई दाग लग जाएगा। जिवें भगत कबीर जी कहते हैं, बासन कारो परसिए तो कछ लागै दाग। जे असी किसी कालख वाले भांडे नूं टच करते हाँ तो कोई ना कोई कालख का दाग जरूर लग जाता है। इसलिए जदों असी किसी विकारी बंदे की संगत करांगे, उस नाल गलबात करांगे, तो कोई ना कोई माड़ा विचार कन्ना राही साडे अंदर एंटर करेगा, जिस नाल साडी जिंदगी तबाही वाले पासे जा सकती है। इसलिए ना माड़े बोल बोलिए, ना माड़े बोलों नूं सुनना चाहिए है। बाबा बोलना क्या कहिए। बाबा कबीर जी कहते हैं कि हुण किहो जे बोल बोलीए, क्योंकि बोल पॉजिटिव भी हैं, बोल नैगेटिव भी हैं, बोल मिठे भी हैं, बोल कोड़े भी हैं, बोल जोड़न वाले भी हैं, बोल तोड़न वाले भी हैं, बोल प्रोग्रेस वाले भी हैं, बोल जिहड़े हैं और डिस्ट्रक्शन वाले भी हैं, बोल विकास वाले भी हैं, बोल विनाश वाले भी हैं, बोल ईर्खा वाले भी हैं, बोल प्रेम वाले भी हैं, बोल धर्म वाले भी हैं ते बोल अधर्म वाले भी हैं। फिर की बोलीए ते किवें दे बोल बोलीए। पहली पंक्ति विच कबीर साहब ये सवाल करते हैं अते दूसरी पंक्ति विच इस सवाल का जवाब भी दिंदे हैं। कहंदे जैसे राम नाम रव रही है। इहो जे बोल बोलने चाहिए हैं कि असी प्रभु के गुणा नाल मिल जाइए। इट मीनस कि सानू सिफत सलाह के बोल बोलने चाहिए हैं, परोपकार वाले बोल बोलने चाहिए हैं, दया वाले बोल बोलने चाहिए हैं, ऑल्ट्रिज्म वाले बोल बोलने चाहिए हैं, काइंडनेस वाले बोल बोलने चाहिए हैं, प्रेम वाले बोल बोलने चाहिए हैं, फेयरलेस वाले बोल, ब्रेवनेस वाले बोल, सच वाले बोल, ह्यूमैनिटी वाले बोल, इंसानियत वाले बोल, निर्वैरता वाले बोल, समाज के भले वाले बोल, खुशी वाले बोल, प्रसन्नता वाले बोल बोलने चाहिए हैं।
ਇਹਦਾ ਮਤਲਬ ਕਿ ਸਾਨੂੰ ਐਸੇ ਬੋਲ ਬੋਲਣੇ ਚਾਹੀਦੇ ਹਨ ਜਿਹੜੇ ਸਾਨੂੰ ਰੱਬ ਦੇ ਨਾਲ ਮਿਲਾ ਦੇਣ, ਰੱਬ ਵਰਗਾ ਬਣਾ ਦੇਣ। ਕਿਉਂਕਿ ਗੁਰੂ ਜੀ ਕਹਿੰਦੇ ਹਨ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਤੇ ਭਗਤ ਜੀ ਕਹਿੰਦੇ ਹਨ, ਸੰਤਨ ਸਿਉ ਬੋਲੇ ਉਪਕਾਰੀ। ਜਿਹੜਾ ਮਨੁੱਖ ਸ਼ਾਂਤ ਬੰਦੇ ਦੇ ਨਾਲ, ਜੋ ਰੱਬੀ ਗੁਣਾਂ ਦੇ ਨਾਲ ਜੁੜਿਆ ਹੋਇਆ ਮਨੁੱਖ ਹੈ, ਰੱਬੀ ਰਜਾ ਦੇ ਵਿੱਚ ਤੁਰਨ ਵਾਲਾ ਮਨੁੱਖ ਹੈ, ਰੱਬ ਦੀ ਰਜਾ ਵਿੱਚ ਰਹਿਣ ਵਾਲਾ ਮਨੁੱਖ ਹੈ, ਐਸੇ ਬੰਦੇ ਨਾਲ ਜਦੋਂ ਅਸੀਂ ਬੋਲਾਂਗੇ ਤਾਂ ਇਹ ਸਾਡੇ ਉਪਕਾਰ ਵਾਲੀ ਗੱਲ ਹੋਵੇਗੀ, ਸਾਡੇ ਬੈਨੀਫੀਸ਼ੀਅਲ ਵਾਲੀ ਗੱਲ ਹੋਵੇਗੀ। ਕਿਉਂਕਿ ਜੇ ਰੱਬ ਦਾ ਪਿਆਰਾ ਸਾਨੂੰ ਮਿਲੇਗਾ ਤਾਂ ਉਹ ਸਾਨੂੰ ਰੱਬ ਦੇ ਨਾਲ ਜੋੜੇਗਾ। ਉਸ ਨਾਲ ਗੱਲਬਾਤ ਕਰਨ ਨਾਲ ਸਾਨੂੰ ਸ਼ੁਭ ਗੁਣ ਮਿਲਣਗੇ, ਅੱਛੀ ਚੰਗੀ ਵਿਚਾਰ ਮਿਲੇਗੀ। ਜੇ ਅਸੀਂ ਐਸੇ ਕਿਸੇ ਚੰਗੇ ਇਨਸਾਨ ਦੇ ਨਾਲ ਗੱਲਬਾਤ ਕਰਦੇ ਹਾਂ, ਕਨਵਰਸੇਸ਼ਨ ਕਰਦੇ ਹਾਂ, ਸਾਨੂੰ ਵਿਗਾਸਤਾ ਦੀ ਗੱਲ ਮਿਲਦੀ ਹੈ, ਸੱਚ ਦੀ ਗੱਲ ਮਿਲਦੀ ਹੈ। ਇਸ ਲਈ ਉੱਥੇ ਸਾਡਾ ਉਪਕਾਰ ਬਣੇਗਾ, ਉਪਕਾਰ ਹੋਵੇਗਾ, ਭਲਾ ਹੋਵੇਗਾ। ਭਗਤ ਜੀ ਕਹਿੰਦੇ ਹਨ, ਮੂਰਖ ਸਿਉ ਬੋਲੇ ਝਖ ਮਾਰੀ। ਅਤੇ ਜਿਹੜਾ ਬੰਦਾ ਮੂਰਖ ਹੈ, ਜੇ ਉਸ ਨਾਲ ਗੱਲਬਾਤ ਕਰੋਗੇ ਤਾਂ ਉਹ ਝੱਖਾਂ ਮਾਰਨ ਵਾਲੀ ਗੱਲ ਹੋਵੇਗੀ। ਹੁਣ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਮੂਰਖ ਕੌਣ ਹੈ। ਮੂਰਖ ਦੀਆਂ 3 ਸ਼੍ਰੇਣੀਆਂ ਹਨ, 3 ਕੈਟਾਗਰੀਜ਼ ਹਨ। ਮੂਰਖ ਜੋ ਹੈ 2 ਸ਼ਬਦਾਂ ਨੂੰ ਜੋੜ ਕੇ ਬਣਿਆ ਹੈ, ਮੂੰਹ ਪਲੱਸ ਰੱਖ। ਮੂਰਖ ਉਹ ਹੈ ਜਿਸਨੇ ਮੂੰਹ ਰੱਖਿਆ ਹੈ, ਯਾਨੀ ਕਿ ਜ਼ੁਬਾਨ ਤੇ ਬੜੀ ਚਲਾਉਂਦਾ ਹੈ, ਗੱਲਾਂ ਤੇ ਬੜੀਆਂ ਕਰਦਾ ਹੈ, ਪਰ ਕਥਨੀ ਤੇ ਕਰਨੀ ਦਾ ਪੂਰਾ ਨਹੀਂ ਹੈ। ਕਥਨੀ ਹੈ, ਕਰਨੀ ਨਹੀਂ ਹੈ। There is only statement, no any performance। ਗੱਲਾਂ ਬਹੁਤ ਚੰਗੀਆਂ ਕਰਦਾ ਹੈ ਪਰ ਪ੍ਰੈਕਟੀਕਲ ਲਾਈਫ ਉਹ ਕੁਝ ਵੀ ਨਹੀਂ। ਕਥਨੀ ਕਰਨੀ ਦਾ ਪੂਰਾ ਨਹੀਂ, ਸਿਰਫ ਜ਼ੁਬਾਨ ਚਲਾਉਂਦਾ ਹੈ, ਸਿਰਫ ਮੂੰਹ ਹੀ ਮੂੰਹ ਰੱਖਿਆ ਹੈ। ਐਸਾ ਬੰਦਾ ਜਿਹੜਾ ਹੈ ਉਹ ਮੂਰਖ ਹੈ। ਤੇ ਦੂਸਰਾ ਮੂਰਖ ਉਹ ਹੈ ਜੋ ਸਿਰਫ ਖਾਂਦਾ ਹੈ, ਚਸਕੇ, ਮੂੰਹ ਸਿਰਫ ਖਾਣ ਵਾਸਤੇ ਰੱਖਿਆ ਹੈ। ਸਮਾਜ ਨੂੰ, ਕਮਿਊਨਿਟੀ ਨੂੰ ਕੋਈ ਦੇਣ ਨਹੀਂ। ਜਿਵੇਂ ਆਮ ਜੋ ਬੰਦਾ ਹੈ, ਜਿਨ੍ਹਾਂ ਵਿੱਚ ਅਸੀਂ ਵੀ ਆ ਜਾਂਦੇ ਹਾਂ, ਅਸੀਂ ਵੀ ਸ਼ਾਮਲ ਹਾਂ। ਇਸ ਸਮਾਜ ਦੇ ਵਿੱਚੋਂ, ਇਸ ਸੰਸਾਰ ਵਿੱਚੋਂ ਅਸੀਂ ਕੀ ਕੁਝ ਨਹੀਂ ਪ੍ਰਾਪਤ ਕੀਤਾ। ਧੀਆਂ ਪੁੱਤਰ, ਜ਼ਮੀਨ ਜਾਇਦਾਦ, ਧਨ ਦੌਲਤ, ਕਿਤਨਾ ਕੁਝ ਅਸੀਂ ਇਸ ਦੁਨੀਆ ਤੋਂ ਲੈ ਲਿਆ, ਪਰ ਇਸ ਸਮਾਜ ਨੂੰ, ਇਸ ਕਮਿਊਨਿਟੀ ਨੂੰ ਅਸੀਂ ਦਿੱਤਾ ਕੀ ਹੈ? ਇਸ ਸੰਸਾਰ ਵਿੱਚ ਸਾਡੀ ਦੇਣ ਕੀ ਹੈ? ਕੁਝ ਵੀ ਨਹੀਂ। ਸਮਾਜ ਲਈ ਕੁਝ ਵੀ ਨਹੀਂ ਕੀਤਾ, ਸਿਰਫ ਖਾਣ ਹੀ ਖਾਣ ਰੱਖਿਆ ਹੈ। ਕੋਈ ਪਰਉਪਕਾਰ ਦਾ ਕੰਮ ਨਹੀਂ, ਕੋਈ ਸੇਵਾ ਨਹੀਂ, ਕੋਈ ਸਾਇੰਸ ਦੀ ਇਨਵੈਂਸ਼ਨ ਨਹੀਂ, ਕੋਈ ਧਰਮ ਦੀ ਜ਼ਿੰਦਗੀ ਨਹੀਂ। ऐसा बंदा जो है मूर्ख है, जिसने सिर्फ खाण ही खाण रखा है। तीसरा वो मूर्ख है जो मूँह रखनी गल्लां करदा है, सच नूं सच नहीं कहंदा, झूठ नूं झूठ नहीं कहंदा। जे करम सिंह आ गया तां करम सिंह दी सिफत कर दित्ती, बई क्या बात, करम सिंह वर्गा कोई होर बंदा है ही नहीं। दूसरा धर्म सिंह ते बड़ा बेईमान है, चलाक है। ते जे धर्म सिंह आ गया फिर उसकी सिफत सलाह शुरू कि बई धर्म सिंह वर्गा कोई बंदा नहीं, करम सिंह ते बड़ा बेईमान है, चलाक बंदा है, किसी काम का नहीं बंदा। इदा मतलब कि सच नूं सच नहीं कहंदा, झूठ नूं झूठ नहीं कहंदा, मूँह रखणियां गल्लां करदा है, मूँह ते शोभा करदा है, प्रेस करदा है, पिठ पिछे मिट्टी पलीत करी जाता है। ऐसा बंदा मूर्ख है। ऐसे लोगों नाल गलबात करनी झक मारन दे बराबर है। इत्थे ज्ञानहीणियां गल्लां ही होणगियां।
ਜੇ ਐਸੇ ਬੰਦੇ ਨਾਲ ਮਿਲਾਂਗੇ ਤੇ ਪਾਪ ਦੀਆਂ ਗੱਲਾਂ ਹੀ ਹੋਣਗੀਆਂ, ਜੇ ਐਸੇ ਬੰਦੇ ਨਾਲ ਮਿਲਾਂਗੇ ਤੇ ਵਿਕਾਰਾਂ ਦੀ ਗੱਲਾਂ ਹੀ ਹੋਣਗੀਆਂ। ਉਹਨਾਂ ਗੱਲਾਂ ਦੀ ਕੋਈ ਆਊਟਪੁੱਟ ਨਹੀਂ ਹੋਵੇਗੀ, ਕੁਝ ਪ੍ਰਾਪਤ ਨਹੀਂ ਹੋਵੇਗਾ, ਉਹਨਾਂ ਵਿੱਚੋਂ ਨਿਕਲੇਗਾ ਕੁਝ ਵੀ ਨਹੀਂ। ਇਸ ਲਈ ਕਹਿੰਦੇ ਹਨ, ਮੂਰਖ ਸਿਉ ਬੋਲੇ ਚੱਖ ਮਾਰੀ। ਤੇ ਅਗਲਾ ਬਚਨ ਹੈ, ਕਹਿੰਦੇ ਬੋਲਤ ਬੋਲਤ ਬੜੇ ਵਿਕਾਰਾ। ਜੇ ਐਸੇ ਮੂਰਖ ਨਾਲ ਅਸੀਂ ਬੋਲਦੇ ਹਾਂ, ਵਿਕਾਰੀ ਬੰਦੇ ਨਾਲ ਅਸੀਂ ਬੋਲਾਂਗੇ, ਫਿਰ ਸਾਡੇ ਅੰਦਰ ਵੀ ਹੋਰ ਵਿਕਾਰ ਵਧਣਗੇ। ਜੇ ਤੁਸੀਂ ਉਹਨਾਂ ਦੀ ਗੱਲ 'ਤੇ ਕੋਈ ਓਬਜੈਕਸ਼ਨ ਕਰੋਗੇ ਤਾਂ ਲੜਾਈ ਝਗੜਾ ਵੀ ਹੋ ਸਕਦਾ ਹੈ, ਪਰ ਜੇ ਤੁਸੀਂ ਉਸ ਦੀ ਗੱਲ ਵਿੱਚ ਹਾਂ ਵਿੱਚ ਹਾਂ ਮਿਲਾਉਂਦੇ ਹੋ ਤਾਂ ਉਹ ਗੱਲਾਂ ਤੁਹਾਡੇ ਅੰਦਰ ਘਰ ਕਰ ਜਾਣਗੀਆਂ, ਤੁਹਾਡੇ ਅੰਦਰ ਡਾਊਨਲੋਡ ਹੋ ਜਾਣਗੀਆਂ ਤੁਹਾਡੇ ਸੌਫਟਵੇਅਰ ਵਿੱਚ, ਦਿਮਾਗ ਦੇ, ਤੇ ਤੁਹਾਡੇ ਜ਼ਿੰਦਗੀ ਵਿੱਚ ਵਿਕਾਰ ਵਧਣਗੇ। ਇੱਕ ਦਿਨ ਉਹ ਤੁਹਾਨੂੰ ਸ਼ਰਾਬ ਪੀਣ ਵਾਸਤੇ ਲੈ ਜਾਏਗਾ, ਦੂਸਰੇ ਦਿਨ ਜੂਆ ਖੇਡਣ ਵਾਸਤੇ ਲੈ ਜਾਏਗਾ, ਤੀਸਰੇ ਦਿਨ ਚੋਰੀ ਕਰਨ ਵਾਸਤੇ ਕਹੇਗਾ। ਇਸ ਤਰ੍ਹਾਂ ਕੋਈ ਨਾ ਕੋਈ ਵਿਕਾਰ ਤੁਹਾਡੀ ਜ਼ਿੰਦਗੀ ਵਿੱਚ ਰੋਜ਼ ਵੱਧਦਾ ਹੀ ਜਾਏਗਾ। ਚੁਗਲੀ ਨਿੰਦਾ ਕਰੋਗੇ, ਅਫਵਾਹਾਂ ਫੈਲਾਓਗੇ, ਰੂਮਰ ਫੈਲਾਓਗੇ, ਤੇ ਗੁਰੂ ਜੀ ਕਹਿੰਦੇ ਹਨ, ਭਗਤ ਜੀ ਕਹਿੰਦੇ ਹਨ, ਬਿਨ ਬੋਲੇ ਕਿਆ ਕਰੇ ਵਿਚਾਰਾ। ਪਰ ਜੇ ਤੁਸੀਂ ਬੋਲੋਗੇ ਹੀ ਨਹੀਂ, ਹਰ ਜਗ੍ਹਾ ਚੁੱਪ ਹੀ ਰਹੋਗੇ, ਫਿਰ ਵਿਚਾਰ ਕਿਵੇਂ ਹੋਣਗੇ। ਇਸ ਲਈ ਜਿੱਥੇ ਵਿਕਾਰਾਂ ਵਾਲੇ ਬੋਲ ਹਨ ਉੱਥੇ ਚੁੱਪ ਰਹਿਣਾ ਹੈ, ਅਤੇ ਜਿੱਥੇ ਸ਼ੁਭ ਗੁਣਾਂ ਵਾਲਾ ਬੰਦਾ ਮਿਲਦਾ ਹੈ ਉੱਥੇ ਬੋਲਣਾ ਹੈ, ਉੱਥੇ ਵਿਚਾਰ ਕਰਨੀ ਹੈ, ਕਨਵਰਸੇਸ਼ਨ ਕਰਨੀ ਹੈ, ਦੂਸਰੇ ਦੇ ਥਾਟਸ ਨੂੰ, ਦੂਸਰੇ ਦੇ ਆਈਡੀਆਜ਼ ਨੂੰ ਸੁਣਨਾ ਹੈ ਅਤੇ ਆਪਣੀ ਓਪੀਨੀਅਨ ਦੇਣੀ ਹੈ। ਜਿਵੇਂ ਕਲਾਸ ਵਿੱਚ ਟੀਚਰ ਬੋਲਦੇ ਹਨ ਤੇ ਬੱਚੇ ਉਹਨਾਂ ਬੋਲਾਂ ਨੂੰ ਸੁਣ ਕੇ ਡਾਕਟਰ ਬਣ ਜਾਂਦੇ ਹਨ, ਇੰਜੀਨੀਅਰ ਬਣ ਜਾਂਦੇ ਹਨ, ਸਾਇੰਟਿਸਟ ਬਣ ਜਾਂਦੇ ਹਨ। ਤੇ ਜੇ ਕਿਸੇ ਸਿਆਣੇ ਬਜ਼ੁਰਗ ਕੋਲ ਅਸੀਂ ਬੈਠਦੇ ਹਾਂ ਤਾਂ ਉਹਨਾਂ ਕੋਲੋਂ ਸਾਨੂੰ ਜ਼ਿੰਦਗੀ ਦਾ ਐਕਸਪੀਰੀਅੰਸ ਮਿਲਦਾ ਹੈ। ਤੇ ਜੇ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਪਾਠ ਸੁਣਦੇ ਹਾਂ, ਤਾਂ ਉਸ ਵਿੱਚ ਚੰਗੀ ਸਿੱਖਿਆ ਮਿਲਦੀ ਹੈ, ਕੁਆਲਿਟੀਜ਼, ਵਰਚੂਜ਼, ਗੁਣ ਮਿਲਦੇ ਹਨ। ਇਸ ਲਈ ਸਾਨੂੰ ਚੰਗੇ ਇਨਸਾਨਾਂ ਦੇ ਨਾਲ ਵਿਚਾਰ ਕਰਨੀ ਚਾਹੀਦੀ ਹੈ ਤੇ ਵਿਕਾਰੀ ਬੰਦਿਆਂ ਤੋਂ ਬਚਣਾ ਚਾਹੀਦਾ ਹੈ। ਅਖੀਰ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ, ਕਹੋ ਕਬੀਰ ਛੂਛਾ ਘੱਟ ਬੋਲੇ। ਇੱਥੇ ਘੱਟ ਦਾ ਮਤਲਬ ਹੈ ਘੜਾ, ਵਾਟਰ ਪੋਟ, ਜਿਸ ਨੂੰ ਅਰਥਨਵੇਅਰ ਵੀ ਕਹਿੰਦੇ ਹਨ, ਪੋਟਰੀ ਵੀ ਕਹਿੰਦੇ ਹਨ। ਛੂਛਾ ਦਾ ਮਤਲਬ ਖਾਲੀ, ਐਮਪਟੀ, ਵੈਕੈਂਟ। ਖਾਲੀ ਘੜਾ ਜੋ ਹੈ ਬੋਲਦਾ ਹੈ। ਇੰਡੀਆ ਵਿੱਚ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਗਾਉਣ ਵਾਲੇ ਜੋ ਹਨ, ਰਿਦਮ ਦੇ ਵਾਸਤੇ ਉਹਨਾਂ ਨਾਲ ਤਬਲਾ ਤੇ ਵੱਜਦਾ ਹੀ ਹੈ, ਪਰ ਕਈਆਂ ਦੇ ਨਾਲ ਘੜਾ ਵਜਾਉਣ ਵਾਲੇ ਹੁੰਦੇ ਹਨ। ਉਹ ਪਿੱਤਲ ਦੇ ਜਾਂ ਮਿੱਟੀ ਦੇ ਖਾਲੀ ਘੜੇ ਨੂੰ ਪੁੱਠਾ ਰੱਖ ਲੈਂਦੇ ਹਨ ਤੇ ਜਦੋਂ ਉਸ 'ਤੇ ਉਂਗਲੀਆਂ ਮਾਰਦੇ ਹਨ ਤਾਂ ਉਸ ਵਿੱਚੋਂ ਆਵਾਜ਼ ਆਉਂਦੀ ਹੈ, ਸੰਗੀਤ ਪੈਦਾ ਹੁੰਦਾ ਹੈ। ਪਰ ਜੇ ਉਹ ਘੜਾ ਪਾਣੀ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਭਰਿਆ ਹੋਵੇ ਤਾਂ ਫਿਰ ਉਸ ਵਿੱਚੋਂ ਕੋਈ ਆਵਾਜ਼ ਨਹੀਂ ਆਉਂਦੀ। ਇਸ ਤਰ੍ਹਾਂ ਵਿਕਾਰਾਂ ਵਾਲੇ ਬੋਲ ਬੋਲਣ ਵਾਲਾ ਉਹ ਬੰਦਾ ਬੋਲਦਾ ਹੈ ਜੋ ਅੰਦਰੋਂ ਖਾਲੀ ਹੈ। ਵਿਕਾਰਾਂ ਵਾਲੇ ਬੋਲ ਉਹਦੇ ਅੰਦਰੋਂ ਨਿਕਲਦੇ ਹਨ। ਉਹ ਬੋਲੀ ਜਾਂਦਾ ਹੈ, ਬਿਨਾਂ ਗੱਲ ਬੋਲੀ ਜਾਂਦਾ ਹੈ, ਜਿਸ ਦੇ ਅੰਦਰ ਇਨਸਾਨੀਅਤ ਨਹੀਂ, ਜਿਸ ਦੇ ਅੰਦਰ ਸੱਚ ਨਹੀਂ, ਜਿਸ ਦੇ ਅੰਦਰ ਸੰਤੋਖ ਨਹੀਂ। ਉਹ ਐਵੇਂ ਹੀ ਗੱਪਾਂ ਮਾਰੀ ਜਾਂਦਾ ਹੈ, ਖਾਮ ਖਾ ਬੋਲੀ ਜਾਂਦਾ ਹੈ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਹੁਣ ਦੂਜੀ ਗੱਲ ਕਿ ਡੋਲਣਾ ਕੀ ਹੈ। ਜੇ ਪਾਣੀ ਦਾ ਅੱਧਾ ਘੜਾ ਭਰ ਕੇ ਸਿਰ ਤੇ ਚੁੱਕੇ ਜਾਓਗੇ ਤਾਂ ਛਲਕੇਗਾ, ਡੋਲੇਗਾ, ਸ਼ੇਕ ਕਰੇਗਾ। ਜੇ ਉਹ ਘੜਾ ਭਰਿਆ ਹੋਵੇ ਤਾਂ ਡੋਲਦਾ ਵੀ ਨਹੀਂ। ਖਾਲੀ ਘੜਾ ਡੋਲੇਗਾ ਵੀ,
शेक भी करेगा, भरिया डोलदा भी नहीं, वो बोलदा भी नहीं, ना डोलदा है ना बोलदा है। जिस दे अंदर सच भरिया है, ट्रुथफुलनेस है, संतोख भरिया है, कंटेंटमेंट है, सैटिस्फैक्शन है, वो बंदा डोलदा नहीं। किसी दी धी भैन नूं देख के वो डोलदा नहीं, उसदे अंदर माड़े विचार नहीं पैदा होंदे, क्योंकि उन्हां विच उसनूं अपनी धी भैन नज़र आती है। वो किसी दे पए होए पैसे नूं देख के भी डोलदा नहीं, चोरी कर लवां चुक लवां, किहड़ा कोई देखदा है, किहड़ा किसी नूं पता लगना है। वो डोलदा भी नहीं, वो अपने किरदार तो, अपने करैक्टर तो, अपने आचरण तो डोलदा नहीं। इसलिए कबीर साहब इत्थे समझाते हैं कि ऐसे गुणां नाल भरे बंदे नाल गलबात करो, विचार वटांदरा करो, जिहड़े कदी हंकार दे बोल नहीं बोलते अते ना ही कदे डोलते हैं। इस तरह साडे बोल ही सानू चंगे जां माड़े रस्ते ते लै जांदे हैं। जे साडे बोल नैगेटिव होणगे तां जिंदगी विच साडी हार होवेगी, असी सिक हो जावांगे, अनवैल हो जावांगे, रोगी हो जावांगे, बीमार हो जावांगे, मैंटली ते शरीरिक भी। ते जे यही बोल पॉजिटिव होणगे, साडी जित होवेगी, साडा विकास होवेगा, प्रोग्रेस कर सकांगे अते इस जीवन की बाजी नूं असी जित लवांगे। इसलिए चंगे लोगों की संगत करनी चाहिए है, चंगे लोगों नाल विचार चर्चा करनी चाहिए है, माड़े लोगों की संगत तो बचना चाहिए है। विकारां वाले बोल बोलने नहीं चाहिए। गुरु जी कृपा करन असी ऐसे चंगे बंदियां दी संगत कर सकीए अते गुरु जी दे दसे रस्ते नूं अपना के अपनी जिंदगी नूं सोहना बना सकीए, सुचज्जा बना सकीए। आओ ये शब्द पढ़ के उपरंत समाप्ति करते हाँ, फिर तू ये लाइनां पढ़िए। बाबा बोलना क्या कहिए, बाबा बोलना क्या कहिए। जैसे राम नाम राव रही है, जैसे राम नाम राव रही है, बोलना क्या कहिए। बाबा बोलना क्या कहिए, बाबा बोलना क्या कहिए। संत मिले किछ सुनिए कहिए, संत मिले किछ सुनिए कहिए। मिले संत मस्त कर रही है, मिले संत मस्त कर रही है, मिले संत मस्त कर रही है। बाबा क्या कहिए, बाबा बोलना क्या कहिए। बाबा बोलना क्या कहिए, बाबा बोलना क्या कहिए।